नाम सिमरन गुरमत समागम असीं रोज़ महापुरखां दी याद विच करदे। कोई रचनावां जी ना रहे, सब ने कृपा करनी, क्योंकि जिहड़ा एक घंटा सिमरन विच जुड़दे हैं वो असीं उस प्यारे की याद विच बतीत करिए। महापुरखां की याद विच बैठ के परमेश्वर का नाम चेते आउंदा। तो सारे कृपा करो, सब ने एकाग्रता बख्शिश कर। वाहेगुरु जी हे प्राणनाथ गोविंद गोविंद कृपा निधान जगत गुरु हे संसार ताप हरण शरण जोग दयाल दयाल दीनानाथ मया करो दीनानाथ माया श्री सुखीन समह सिमरंत नानक राम दामोदर माधव राम दामोदर माधव। प्यार से विद्यार्थी आप जी को जैत श्री राग विच धन गुरु अर्जन देव महाराज सच्चे पातशाह जी अमृतमय बाणी का यह शब्द श्रवण सत्कार प्यार से श्रवण करो। जय सरे महला पंचमा कोई जन हर सु देव जोर कोई जन हर सु देव कोई जन हर सु देव जोर कोई जन हर सु देव जोर कोई जन हर सु
ਸਾਰੇ ਹੁਣ ਸਿਮਰਨ ਵਿੱਚ ਜੁੜੋ। ਤਿੰਨ ਹਿੱਸਿਆਂ ਵਿੱਚ ਸਭ ਨੇ ਬੋਲਣਾ ਹੈ, ਕੋਈ ਰਸਨਾ ਵਾਂਝੀ ਨਾ ਰਹੇ। ਸ਼ਬਦ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਬਾਬਾ ਜੀ ਦੀ ਬਰਸੀ ਮਨਾਉਂਦਿਆਂ ਸਤਿਪੁਰਖਾਂ ਦੀ ਯਾਦ ਵਿੱਚ ਬੈਠਦੇ ਆ ਤਾਂ ਸਿਮਰਨ ਰੱਬ ਦੀ ਯਾਦ ਆਉਂਦੀ ਹੈ, ਜਿਹੜੀ ਕਿ ਅਸੀਂ ਹਰ ਵੇਲੇ ਅਰਦਾਸ ਕਰਦੇ ਹਾਂ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ। ਤੋ ਸਤਿਗੁਰੂ ਜੀ ਕਿਰਪਾ ਕਰਨ, ਸਾਰੇ ਜੁੜੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਇਸ ਪਵਿੱਤਰ ਸ਼ਬਦ ਵਿੱਚ। ਬਾਦਸ਼ਾਹ ਕਹਿੰਦੇ ਕੋਈ ਜਨ ਰੱਬ ਦਾ ਪਿਆਰਾ ਜੋ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਹੋ ਚੁੱਕਾ ਹੈ, ਮੈਨੂੰ ਪਰਮੇਸ਼ਵਰ ਨਾਲ ਜੋੜੇ। ਮੈਂ ਉਹਦੇ ਅਵਜ਼ਾਨੇ ਵਿੱਚ ਕੀ ਦਿਆਂਗਾ? ਚਰਨ ਗਾਹਾਂ, ਉਸ ਦੇ ਚਰਨ ਪਕੜਾਂ। ਦੂਸਰਾ, ਬਕੂੰ ਸ਼ੁਭ ਰਸਨਾ, ਮੈਂ ਆਪਣੀ ਰਸਨਾ ਤੋਂ ਜ਼ੁਬਾਨ ਤੋਂ ਉਸ ਦੇ ਵਾਸਤੇ ਚੰਗੇ ਬੋਲ ਕਹਾਂਗਾ। ਤੀਜੇ, ਪ੍ਰਾਣ ਆਕੋਰ ਆਕੋਰ ਕਹੀਏ ਭੇਟਾ, ਮੈਂ ਉਸ ਨੂੰ ਆਪਣੇ ਪ੍ਰਾਣਾਂ ਦੀ ਭੇਟਾ ਜਿਹੜੀ ਹੈ ਅਰਪਣ ਕਰ ਦਿਆਂਗਾ। ਇਹ ਭੇਟਾ ਉਸ ਨੂੰ ਦਿਆਂਗਾ ਕਿਉਂਕਿ ਮੇਰੀ ਤਾਂ ਇੱਛਾ ਹੀ ਹੈ ਕਿ ਐ ਮਾਲਕ, ਮੈਨੂੰ ਤੇਰੇ ਚਰਨਾਂ ਦੀ ਛੋਹ ਮਿਲ ਜਾਏ, ਮੈਂ ਤੇਰੇ ਚਰਨਾਂ ਨਾਲ ਜੁੜ ਜਾਵਾਂ। ਗੁਰਮਤ ਨੇ ਜੁੜਨ ਦਾ ਜਿਹੜਾ ਸਾਧਨ ਦੱਸਿਆ ਵੀ ਸਾਧੂ ਨਾਮ ਜਪਾਉਂਦਾ ਹੈ, ਨਾਮ ਕਾ ਦਾਤਾ ਗੁਰੂ ਹੈ, ਤੇ ਨਾਮ ਮੂਲ ਮੰਤਰ ਤੇ ਗੁਰਮੰਤਰ ਦੇ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਹੈ। ਜਿਹੜਾ ਇਸ ਗੁਰਮੰਤਰ ਦਾ ਜਾਪ ਕਰਦਾ ਹੈ, ਅਭਿਆਸ ਕਰਦਾ ਹੈ, ਜਿਵੇਂ ਰਾਤ ਵੀ ਬੇਨਤੀ ਕੀਤੀ ਸੀ, ਉਸ ਦੇ ਅੰਦਰ ਹਉ ਨਹੀਂ ਰਹਿੰਦੀ, ਮੈਂ ਨਹੀਂ ਰਹਿੰਦੀ। ਇਹ ਵਾਹਿਗੁਰੂ ਗੁਰਮੰਤਰ ਹਉਮੈ ਕੱਟਦਾ ਹੈ, ਤੇ ਹਉਮੈ ਹੀ ਮਿਲਾਪ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਸ ਦਾ ਅਭਿਆਸ ਕਰਨ ਲਈ, ਸ਼ਬਦ ਦਾ ਅਭਿਆਸ ਕਰਨ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਵਿੱਚ ਬਹੁਤ ਬੜੀ ਪ੍ਰੇਰਿਤ ਕੀਤਾ। ਆਖਿਆ ਜਿੰਨਾ ਸ਼ਬਦ ਦਾ ਅਭਿਆਸ ਕਰੇਗਾ ਉਨੀ ਤੇਰੇ ਤੇ ਕਿਰਪਾ ਹੋਵੇ। ਤੇਰਾ ਅੰਦਰ ਨਿਰਮਲ ਹੋ ਜਾਏਗਾ। ਅਸੀਂ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤੇਰੀ ਜਨਮ ਜੋ ਹੈ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਹੀਂ, ਫਿਰੇ ਜਿਉ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੀ ਤੇਰੀ ਜਨਮ ਜੋਏ ਹਾਰੇ। ਜਿਨ੍ਹਾਂ ਸੱਚ ਛੱਡ ਦਿੱਤਾ, ਸੱਚ ਨਿਰੰਕਾਰ ਹੈ, ਝੂਠ ਵਿੱਚ ਗਲਤਾਨ ਹੋ ਗਏ, ਉਹਨਾਂ ਨੇ ਜਨਮ ਆਪਣਾ ਜੂਏ ਵਿੱਚ ਹਾਰਿਆ। ਪਰ ਨਾਲ ਹੀ ਇੱਕ ਪੌੜੀ ਕਹੀ, ਜੀਉ ਨਿਰਮਲ
ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਨ। ਸੱਚ ਅਲਖ ਵਡਾਣੀ ਤਾਂ ਕਿ ਗਦ ਕਹੀ ਨਾ ਜਾਏ। ਉਹ ਉਸ ਦੀ ਅਵਸਥਾ ਐਸੀ ਹੈ ਜਿਹੜਾ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਗਿਆ। ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲ। ਜਿਨ੍ਹਾਂ ਦੇ ਮਨ ਨਿਰਮਲ ਨੇ ਸਦਾ ਗੁਰੂ ਨਾਲ ਰਹਿੰਦੇ ਤੇ ਨਿਰਮਲ ਹੁੰਦੇ ਵੀ ਗੁਰੂ ਨਾਲ ਰਹਿ ਕੇ ਫਿਰ ਨਿਰਮਲ ਹੋਣ ਤੋਂ ਬਾਅਦ ਵੀ ਗੁਰੂ ਨਾਲ ਹੀ ਰਹਿੰਦੇ। ਨਿਰਮਲ ਕੇਵਲ ਨਾਮ ਹੀ ਕਰਦਾ ਹੈ, ਕਿਉਂਕਿ ਨਾਮ ਖੁਦ ਨਿਰਮਲ ਹੈ। ਇਸ ਕਰਕੇ ਜੀਵ ਦੀ ਮੈਲ ਧੋਂਦਾ ਹੈ। ਸਾਰੇ ਕਿਰਪਾ ਕਰੋ। ਵਾਹਿਗੁਰੂ 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 ਉਸ ਨਾਲ ਮਿਲਾਪ ਕਰਨਾ ਹੈ ਤੇ ਕਿਸੇ ਮਿਲੇ ਹੋਏ ਦੀ ਸੰਗਤ ਵਿੱਚ ਬਹਿਣਾ ਪਏਗਾ। ਜੇ ਉਹਦੇ ਨਾਲ ਮਿਲਾਪ ਕਰਨਾ ਹੈ, ਮਿਲੇ ਹੋਏ ਦੀ, ਜੁੜੇ ਹੋਏ ਦੀ ਸੰਗਤ ਵਿੱਚ ਬੈਠਣਾ ਪਏਗਾ। ਭਗਤ ਤਰਲੋਚਨ ਨਾਮਦੇਵ ਸਾਹਿਬ ਨੂੰ ਪੁੱਛਦੇ ਨੇ, ਨਾਮਦੇਵ ਮੈਨੂੰ ਪਤਾ ਚੱਲਿਆ ਤੂੰ ਉਸ ਨਾਲ ਮਿਲੇ ਹੈ,
ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਮੇਰੀ ਵੀ ਬੇਨਤੀ ਕਰ ਜੇ ਮੈਂ ਵੀ ਉਹਦੇ ਦਰਸ਼ਨ ਕਰ ਲਵਾਂ। ਭਗਤ ਨਾਮਦੇਵ ਕਹਿੰਦੇ ਪੁੱਛਾਂ ਤੇਰੀ ਗੱਲ ਕਰਾਂ। ਪੁੱਛਿਆ ਤੇ ਭਗਤ ਨਾਮਦੇਵ ਸਾਹਿਬ ਅਗਲੀ ਪਲਕ ਜਵਾਬ ਦਿੰਦੇ ਨੇ, ਕਹਿੰਦੇ ਤਲੋਚਨ ਮੈਂ ਪੁੱਛਿਆ ਸੀ ਕਿ ਤਰਲੋਚਨ ਨੂੰ ਦਰਸ਼ਨ ਕਿਵੇਂ ਹੋਣਗੇ, ਤਰਲੋਚਨ ਕਿਵੇਂ ਤੁਹਾਡੇ ਨਾਲ ਜੁੜੇਗਾ। ਉਹਨੇ ਆਖਿਆ ਫਿਰ ਮਾਲਕ ਨੇ ਜਵਾਬ ਕੀ ਦਿੱਤਾ। ਖਿਲ ਕੇ ਮਾਲਕ ਨੇ ਜਵਾਬ ਦਿੱਤਾ ਹੈ ਵੀ ਨਾ ਤੇ ਭਗਤੀ ਦਾ ਦਾਵਾ ਕਰਕੇ ਮਿਲ ਸਕਦਾ ਤੇ ਨਾ ਕੋਈ ਆ ਇਹ ਗੱਲ ਕਹਿ ਕਿ ਮੈਂ ਆਪਣੇ ਜ਼ੋਰ ਨਾਲ ਮਿਲ ਸਕਦਾ। ਕਹਿੰਦੇ ਨਹੀਂ, ਕਹਿੰਦੇ ਇੱਕੋ ਇੱਕ ਗੱਲ ਦੱਸਦਾ, ਜੇ ਤਰਲੋਚਨ ਨੂੰ ਮਿਲਾਣਾ ਚਾਹੁੰਦਾ ਤੇ ਤਰਲੋਚਨ ਕੋਈ ਵਿਚੋਲਾ ਲੱਭੇ ਜਿਹੜਾ ਮੇਰੇ ਨਾਲ ਜੁੜਿਆ ਹੋ। ਕਹਿਣ ਲੱਗੇ ਜੀ ਉਹ ਵਿਚੋਲਾ ਕੌਣ ਹੈ? ਤੇ ਕਹਿੰਦੇ ਤਰਲੋਚਨ ਮਾਲਕ ਨੇ ਕਹਿ ਦਿੱਤਾ ਨਾਮਦੇਵ ਤੇਰੇ ਤੋਂ ਵਧੀਆ ਵਿਚੋਲਾ ਕਿਹੜਾ ਹੋ ਸਕਦਾ। ਭਾਈ ਸਾਹਿਬ ਕਹਿੰਦੇ ਹੋਏ ਵਿਚੋਲਾ ਆਣ ਮਲਾ, ਵਿਚੋਲਾ ਬਣ ਤਰਲੋਚਨ ਦਾ ਮਿਲਾਪ ਹੋ ਜਾਏਗਾ। ਭਗਤ ਤਰਲੋਚਨ ਬਹੁਤ ਖੁਸ਼ ਹੋਇਆ, ਜੁਗਤੀਆਂ ਦਸੀਆਂ। ਕਹਿੰਦੇ ਤਰਲੋਚਨ ਨਾਮ ਜਪੀ। ਕਹਿੰਦੇ ਜੀ ਨਾਮ ਤੇ ਜਪਾਂਗਾ ਕੰਮ ਕਾਜ ਵੀ ਕਰਨਾ ਪੈਂਦਾ, ਸਮਾਂ ਨਹੀਂ ਮਿਲਦਾ, ਉਹਦਾ ਕੀ ਕਰੀਏ। ਕਹਿ ਲਗੇ ਚਿੱਤ ਨਾਲ ਨਾਮ ਜਪੀ, ਹੱਥਾਂ ਨਾਲ ਕੰਮ ਕਰੇ। ਕਹਿ ਲੱਗਾ ਜੀ ਗੱਲ ਖੋਲ ਕੇ ਸਮਝਾਓ ਇਹ ਕਿਵੇਂ ਹੋ ਸਕਦਾ। ਚਿੱਤ ਨਾਲ ਨਾਮ ਜਪਿਆ, ਹੱਥ ਤੇ ਫਿਰ ਦੂਜੇ ਪਾਸੇ ਜਾਣਗੇ, ਕੰਮ ਨਹੀਂ ਕਰ ਸਕਦੇ। ਕਹਿੰਦੇ ਨਹੀਂ ਹੋ ਜਾਏਗਾ। ਕਹਿੰਦੇ ਚੰਗੀ ਤਰ੍ਹਾਂ ਸਮਝਾਓ ਨਾ, ਉਦਾਹਰਨਾਂ ਦਿੱਤੀਆਂ ਗੁਰਬਾਣੀ ਵਿੱਚ ਨੇ, ਮੈਂ ਉਹ ਬੇਨਤੀ ਕਰ ਦੇਣਾ। ਕਹਿ ਲਗੇ ਤਰਲੋਚਨ ਇੱਕ ਬੱਚੇ ਕਾਗਜ਼ ਲੈ ਕੇ ਆਏ, ਉਹਨਾਂ ਨੇ ਉਹਦਾ ਪਤੰਗ ਬਣਾਇਆ, ਗੁੱਡੀ ਬਣਾਈ, ਅਸਮਾਨ ਤੇ ਕਹਿੰਦੇ ਡੋਰ ਬੰਨ ਕੇ ਉਡਾਈ। ਉਹ ਬੱਚਾ ਆਪਣੇ ਸਾਥੀਆਂ ਨਾਲ ਗੱਲਬਾਤ ਵੀ ਕਰਦਾ, ਲੇਕਿਨ ਪਤੰਗ ਉੱਚੀ ਚੜਾਈ ਫਿਰਦਾ। ਗੱਲਾਂ ਬਾਤਾਂ ਸਾਥੀਆਂ ਨਾਲ ਕਰਦਾ ਪਰ ਪਤੰਗ ਵਿੱਚ ਫਰਕ ਨਹੀਂ ਪੈਣ ਦਿੰਦਾ। ਪਤਾ ਕਿਉਂ? ਕਹਿਣ ਲੱਗੇ ਗੱਲਾਂ ਕੇਵਲ ਮੂੰਹ ਨਾਲ ਕਰਦਾ, ਉਹਦਾ ਧਿਆਨ ਡੋਰੀ ਵਿੱਚ ਲੱਗਾ ਹੋਇਆ ਪਤੰਗ। ਹੋਰ ਸੁਣ ਤਰਲੋਚਨ, ਆ ਬੀਬੀਆਂ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਨੇ। ਕਹਿੰਦੇ ਕਈ ਵਾਰੀ ਤੂੰ ਵੇਖਿਆ ਹੁੰਦਾ ਹੋਣਾ, ਘੜਾ ਸਿਰ ਤੇ ਰੱਖਿਆ, ਹੱਥ ਛੱਡੇ ਹੋਏ ਨੇ, ਆਪਸ ਵਿੱਚ ਹਾਸਾ ਠੱਠਾ ਕਰਦੀਆਂ ਆਉਂਦੀਆਂ ਨੇ, ਪਰ ਘੜਾ ਡਿੱਗਦਾ ਨਹੀਂ, ਹੱਥ ਤੇ ਪਾਏ ਨੇ। ਗੱਲ ਕਿ ਉਹਦਾ ਕਾਰਨ ਇਹ ਹੈ, ਗੱਲਾਂ ਬਾਤਾਂ ਕਰ ਰਹੀਆਂ ਨੇ, ਹੱਥ ਵੀ ਛੱਡੇ ਨੇ, ਪਰ ਉਹਨਾਂ ਨੇ ਧਿਆਨ ਦਾ ਹੱਥ ਜਿਹੜਾ ਹੈ ਉਹ ਘੜੇ ਨੂੰ ਪਾਇਆ ਹੋਇਆ, ਧਿਆਨ ਉਹਨਾਂ ਦਾ ਘੜੇ 'ਚ। ਤੀਜੀ ਉਦਾਹਰਨ ਦਿੱਤੀ। ਕਹਿਣ ਲੱਗੇ ਨਾਮਦੇਵ ਗਾਵਾਂ ਗਵਾਲਾ ਚਾਰਨ ਵਾਸਤੇ ਚਾਰ ਗਾਹਾਂ ਵਿੱਚ ਜਾਂਦਾ ਹੈ। ਉਹ ਇੱਕ ਗਾਂ ਦਾ ਬੱਚਾ ਘਰ ਛੱਡ ਗਿਆ। ਕਹਿਣ ਲੱਗੇ ਗਾਵਾਂ ਚਾਰੀਆਂ, ਪਰ ਉਹ ਗਾਂ ਘਾਹ ਵੀ ਬੜਾ ਹਰਾ ਹੈ, ਚਾਰ ਗਾਂ ਵੀ ਬੜੀ ਹੈ, ਗਾਂ ਨੂੰ ਭੁੱਖ ਵੀ ਲੱਗੀ ਹੋਈ ਹੈ, ਪਰ ਮੂੰਹ ਮਾਰਦੀ ਹੈ, ਉਹਦਾ ਧਿਆਨ ਬੱਚੇ ਵਿੱਚ, ਉਹਦਾ ਜੀ ਜਿਹਾ ਨਹੀਂ ਲੱਗਦਾ। ਉਹ ਚਾਰ ਗਾਹ 'ਚ ਉਹਦਾ ਨਾ ਦਿਲ ਨਹੀਂ ਖੁੱਭਦਾ। ਘਾਹ ਤੇ ਹੈ ਪਰ ਉਹਦਾ ਬੱਚਾ ਘਰ
ਤਰਲੋਚਨ ਇਸੇ ਤਰ੍ਹਾਂ ਸਰੀਰ ਰਵੇ ਸੰਸਾਰ ਵਿੱਚ, ਪਰਿਵਾਰ ਵਿੱਚ, ਸਾਰਾ ਕੁਝ ਕਰੇ ਪਰ ਅੰਦਰਲਾ ਨਿਰੰਕਾਰ ਨਾਲ ਜੁੜਿਆ ਰਹੇ, ਅੰਦਰੋਂ ਰੱਬ ਨਾਲ ਜੁੜੇ ਰਹੀਏ। ਇਹ ਹੋ ਸਕਦਾ ਹੈ ਜੇ ਅਭਿਆਸ ਕਰੀਏ ਤਾਂ ਫਿਰ ਦੋਵੇਂ ਕੰਮ ਚੱਲ ਜਾਂਦੇ। ਇਸ ਤਰ੍ਹਾਂ ਕਰਨ ਨਾਲ ਤਰਲੋਚਨ ਉਹਦੇ ਨਾਲ ਮਿਲਾਪ ਹੋ ਜਾਏਗਾ, ਨਾਲੇ ਕੰਮ ਕਰੀਏ ਤੇ ਨਾਲੇ ਉਹਦੇ ਨਾਮ ਦਾ ਅਭਿਆਸ ਕਰੀਏ। ਮਿਲਾ ਦਿੱਤਾ, ਤਰਲੋਚਨ ਨੇ ਵਚਨ ਮੰਨਿਆ, ਨਾਮਦੇਵ ਵਰਗਾ ਹੀ ਤਰਲੋਚਨ ਭਗਤ ਬਣ ਗਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਗਤ ਤਰਲੋਚਨ ਜੀ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਕਰ ਲਿਆ। ਵਿਚੋਲੇ ਤੋਂ ਬਿਨਾਂ ਮਿਲਾਪ ਉਹ ਫਿਰ ਨਾਮ ਨਾਲ ਜੋੜਦਾ ਹੈ। ਵਿਚੋਲਾ ਨਾਮ ਦਾ ਅਭਿਆਸ ਕਰਾਉਣਾ, ਕਿਉਂਕਿ ਨਾਮ ਅਭਿਆਸ ਤੋਂ ਬਿਨਾਂ ਤੇ ਗੱਲ ਬਣਨੀ ਨਹੀਂ। ਇਹ ਗੱਲ ਚੇਤੇ ਰੱਖੋ। ਜਿੰਨੀਆਂ ਮਰਜ਼ੀ ਗੱਲਾਂ ਰੱਬ ਪ੍ਰਤੀ ਕਰ ਲਈਏ, ਰੱਬ ਬੜਾ ਉੱਚਾ ਹੈ, ਰੱਬ ਬੜਾ ਚੰਗਾ ਹੈ, ਰੱਬ ਬੜਾ ਦਿਆਲੂ ਹੈ, ਰੱਬ ਬੜਾ ਕਿਰਪਾਲੂ ਹੈ, ਸਾਰੀਆਂ ਸੁਣ ਲਈ ਪੈ। ਪਰ ਉਹ ਕਹਿੰਦੇ ਸੱਜਣਾ ਜੇ ਤੂੰ ਮੇਰਾ ਨਾਮ ਨਾ ਜਪਿਆ ਤੇ ਮੈਂ ਤੇਰੀਆਂ ਇਹਨਾਂ ਗੱਲਾਂ ਵਿੱਚ ਆਉਣ ਵਾਲਾ ਹੈ। ਆਪਾਂ ਬਚਨ ਪੜ੍ਹਦੇ ਆ ਕਿ ਸੋਧਤ ਸੋਧਤ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁੱਟ। ਉਹ ਨਹੀਂ ਮੰਨਦਾ। ਉਹ ਕਹਿੰਦੇ ਨਾਮ ਜਪ, ਮੇਰੀ ਤੇਰੀ ਉਦੋਂ ਬਣਨੀ ਸ਼ੁਰੂ ਹੋਏ। ਸਾਰਾ ਕਿਰਪਾ ਕਰ। ਪਤਾ ਕੀ ਕਹਿੰਦੇ? ਅੱਖਾਂ ਤੇ ਬੜੀਆਂ ਕੋਲ ਨੇ, ਕੰਨ ਤੇ ਬੜਿਆਂ ਕੋਲ ਨੇ। ਲੋਕੀ ਸ਼ਾਇਦ ਉਹਨਾਂ ਨੂੰ ਭੁਲੇਖਾ ਲੱਗ ਗਿਆ ਸਾਡੀਆਂ ਅੱਖਾਂ ਵੇਂਦੀਆਂ ਨੇ ਪਈਆਂ, ਸਾਡੇ ਕੋਲ ਕੰਨ ਸੁਣਦੇ ਨੇ ਪਏ। ਪਰ ਕਹਿੰਦੇ ਮੈਨੂੰ ਪੁੱਛੋ, ਮੈਂ ਇਹ ਗੱਲ ਕਹਿਣਾ ਜੇ ਨਾਮ ਨੇ ਨਾ ਜਪਿਆ, ਭਾਵੇਂ ਤੇਰੀਆਂ ਅੱਖਾਂ ਵੇਂਦੀਆਂ ਨੇ, ਮੈਂ ਇਹਨਾਂ ਨੂੰ ਨਜ਼ਰ ਵਾਲੀਆਂ ਨਹੀਂ ਸਮਝਦਾ। ਭਾਵੇਂ ਤੇਰੇ ਕੰਨ ਸੁਣਦੇ ਨੇ, ਮੈਂ ਇਹਨਾਂ ਨੂੰ ਸੁਣਨ ਵਾਲੇ ਨਹੀਂ ਸਮਝਦਾ। ਮੈਂ ਕਹਿੰਦਾ ਤਾਂ ਬੋਲੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰ। ਸ਼ਬਦ ਨਹੀਂ ਜਾਣਿਆ, ਨਾਮ ਨਹੀਂ ਜਪਿਆ, ਨਾਮ ਨਾਲ ਸਾਂਝ ਨਹੀਂ ਪਾਈ। ਬਾਦਸ਼ਾਹ ਕਹਿੰਦੇ ਅੰਨੇ ਤੇ ਬੋਲੇ ਨੇ ਕਾਹਦੇ ਲਈ ਜਗਤ ਤੇ ਆ ਗਿਆ। ਕਦੀ ਗੁਰਦੇਵ ਤੋਂ ਪੁੱਛੋ, ਜੇ ਕਿਧਰੇ ਝਿੜਕ ਵੀ ਮਾਰਦੇ ਨੇ ਤੇ ਆਪਣਾ ਜਾਣ ਕੇ, ਤਾਂ ਝਿੜਕ ਤਾਂ ਮਾਰਦੇ ਨੇ ਕਿਉਂਕਿ ਸਾਡੇ ਤੇ ਤਰਸ ਕਰਦੇ ਨੇ, ਕਿਸੇ ਢੰਗ ਨਾਲ ਝਿੜਕ ਨਾਲ ਹੀ ਜੁੜ ਜਾਣ। ਇੱਕ ਮਿੱਠੀ ਜੀ ਝਿੜਕ ਮਾਰੀ, ਆ ਸੁਣਿਓ ਜਰਾ। ਝਿੜਕ ਮਾਰੀ ਮਿੱਠੀ ਜੀ, ਆਂਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਜੈ ਹਰ ਬੰਦ। ਗੁਰੂ ਨੇ
ਸਾਡੇ ਤੇ ਕਿੰਨਾ ਤਰਸ ਕੀਤਾ, ਕਹਿਣ ਕੋ ਨਾਮ ਨਹੀਂ ਜਪਿਆ। ਮੈਂ ਕਹਿਣਾ ਸੰਸਾਰ ਵਿੱਚ ਕਾਹਦੇ ਲਈ ਆ ਗਿਆ? ਤੈਨੂੰ ਜਨਮ ਦੇਣ ਵਾਲੀ ਨੂੰ ਤੇਰੇ ਤੋਂ ਬਿਨਾਂ ਰਹਿ ਜਾਣਾ ਚਾਹੀਦਾ ਸੀ। ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ, ਹਰ ਬਾਂਝਾ ਤਿਨ ਸੁੰਝੀ ਦੇਹ ਫਿਰੈ ਬਣ ਨਾਮ। ਓਏ ਖੱਪ ਖੱਪ ਮੂਏ ਸੁੰਨੀ ਦੇ ਨਾਮ ਤੋਂ ਬਿੜੇ ਖੱਪ ਖੱਪ ਕੇ ਮਰਦੀ। ਚੋਰੇ ਆ ਦੇਖਣਾ ਕਦੀ ਜਿਸ ਲੱਕੜ ਨੂੰ ਸਿਉਂਕ ਲੱਗੀ ਹੋਵੇ ਉਤੋਂ ਬੜੀ ਪਾਲਿਸ਼ ਨਵੀਂ ਲੱਗਦੀ, ਲੱਗਦਾ ਵੀ ਬੜਾ ਕਮਾਲ ਦਾ ਦਰਵਾਜ਼ਾ ਬੂਹਾ ਹੈ, ਇਹਨੂੰ ਤੇ ਕੁਝ ਨਹੀਂ ਹੋਇਆ। ਪਰ ਜਦੋਂ ਖੜਕਾ ਕੇ ਵੇਖਿਓ ਅੰਦਰ ਆਵਾਜ਼ ਆਉਂਦੀ ਹੈ, ਅੰਦਰ ਕੱਖ ਨਹੀਂ ਰਹਿ ਗਿਆ। ਸਿਉਂਕ ਮਾੜਾ ਜਿਹਾ ਕਿਸੇ ਹੱਥ ਲਾਇਆ, ਹਾੜਦਾ ਸੀ ਥੱਲੇ ਡਿੱਗ ਪਿਆ। ਬਾਦਸ਼ਾਹ ਕਹਿਣ ਲੱਗੇ ਉੱਤੋਂ ਤੋਂ ਨਜ਼ਰ ਆਉਣਾ ਹੈ, ਪੂਰਾ ਲਿਸ਼ਕਿਆ ਪੁਸ਼ਕਿਆ ਬੜਾ ਚੰਗਾ ਨਜ਼ਰ ਆਉਂਦਾ। ਤੇ 5 ਮਿੰਟ ਤੈਨੂੰ ਕੋਈ ਖੜਕਾ ਕੇ ਵੇਖੇ ਵੀ ਸਜਣਾ ਸੁਣਾ ਹਾਲ ਕੀ ਆ ਘਰ ਦਾ, ਕਿਵੇਂ ਹੈ ਤੇਰਾ ਬਿਜ਼ਨਸ, ਕਿਵੇਂ ਹੈ ਤੇਰੇ ਪਰਿਵਾਰ, ਕੋਈ ਆਗਿਆਕਾਰੀ ਹੈ, ਬੱਚੇ ਕੀ ਕਰਦੇ ਨੇ, ਮਨ ਕਿਵੇਂ ਰਹਿੰਦਾ। ਤੇ ਮਾੜਾ ਜਿਹਾ ਖੜਕਾਉਣ ਦੀ ਦੇਰ ਹੈ, ਕਹਿੰਦਾ ਬਹਿ ਜਾ ਹੁਣ, ਘੰਟਿਆਂ ਬੱਧੀ ਤੈਨੂੰ ਸੁਣਾ ਦੇਣਾ। ਕਾਕੇ ਆਖੇ ਨਹੀਂ ਲੱਗਦੇ, ਬਿਜ਼ਨਸ ਘਾਟਾ ਬੜਾ ਪੈ ਗਿਆ। ਪੁੱਤਰ ਧੀਆਂ ਮਨ ਮਰਜ਼ੀ ਕਰਦੇ, ਮੇਰਾ ਸਤਿਕਾਰ ਨਹੀਂ ਹੈ, ਮੈਂ ਸਭ ਕੁਝ ਹੱਥੀਂ ਬਣਾਇਆ। ਬਿਨਾਂ ਪੁੱਛਣ ਤੋਂ ਚਲੇ ਜਾਂਦੇ ਨੇ, ਬਿਨਾਂ ਪੁੱਛਦੇ ਹੀ ਘਰ ਆ ਜਾਂਦੇ ਨੇ। ਕੱਖ ਨਹੀਂ, ਅੰਦਰ ਸਭ ਵੇਲੇ। ਪਾਤਸ਼ਾਹ ਕਹਿੰਦੇ ਜੇ ਨਾਮ ਜਪਿਆ ਹੁੰਦਾ ਫਿਰ ਆ ਕੌਣ ਲੱਗਣਾ ਨਹੀਂ ਸੀ, ਇਸ ਸਿਉਂਕ ਤੋਂ ਬਚ ਜਾਣਾ ਸੀ। ਤੈਨੂੰ ਝੋਰਿਆਂ ਦੀ ਚਿੰਤਾ ਦੀ ਸਿਉਂਕ ਲੱਗ ਗਈ, ਕਿਉਂਕਿ ਨਾਮ ਦਾ ਦਾਰੂ ਨਹੀਂ ਨਾ ਲਿਆ। ਉਹ ਜਿਹੜੇ ਨਾਮ ਜਪਦੇ ਨੇ, ਤੂੰ ਤੇ ਸਾਬਤ ਹੈ ਚਿੰਤਾ ਵਿੱਚ, ਡਿਪਰੈਸ਼ਨ ਵਿੱਚ ਪਿਆ ਰਹਿੰਦਾ, ਦੁਖੀ ਹੋਇਆ ਰਹਿੰਦਾ। ਉਹ ਜਿਨ੍ਹਾਂ ਨੇ ਨਾਮ ਜਪਿਆ ਉਹਦੇ ਹੱਥਾਂ 'ਚ ਹੱਸ ਹੱਸ ਕੇ ਹੱਥ ਕੜੀ, ਹੱਸ ਹੱਸ ਕੇ ਚਰਖੜੀਆਂ ਤੇ ਚੜ ਗਏ, ਬੰਦ ਬੰਦ ਕੱਟੇ ਗਏ। ਪਰ ਫਿਰ ਵੀ ਉਹਨਾਂ ਦੀ ਆਤਮਿਕ ਅਵਸਥਾ ਨੂੰ, ਮਾਨਸਿਕ ਅਵਸਥਾ ਨੂੰ ਕੋਈ ਫਰਕ ਨਹੀਂ ਪਿਆ, ਸਦਾ ਖਿੜੇ ਰਹੇ। ਇੰਨਾ ਬਲ ਹੈ ਇਸ ਨਾਮ ਵਿੱਚ। ਸਾਰੇ ਕਿਰਪਾ ਬਾਦਸ਼ਾਹ ਕਹਿੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਸਾਖਤ। ਰੱਬ ਤੋਂ ਟੁੱਟੇ ਹੋਏ ਕਹਿਣ ਲੱਗੇ ਉਹਨਾਂ ਦੀ ਹਾਲਤ ਪਤਾ ਕਿਵੇਂ ਦੀ ਹੈ? ਕਹਿੰਦੇ ਉਹਨਾਂ ਦੀ ਹਾਲਤ ਇੱਕ ਚੂਹੇ ਵਰਗੀ। ਕਹਿੰਦੇ ਇੱਕ ਚੂਹਾ ਵੜ ਗਿਆ ਲਾਇਬ੍ਰੇਰੀ ਵਿੱਚ, ਬੜੀਆਂ ਵੱਡੀਆਂ ਕਿਤਾਬਾਂ ਪਈਆਂ ਸਨ, ਚੰਗੇ ਚੰਗੇ ਰਾਈਟਰਾਂ ਦੀਆਂ ਲਿਖੀਆਂ ਹੋਈਆਂ। ਤੇ ਕਹਿੰਦੇ ਤੁਸੀਂ
ਆਸ ਕਰ ਸਕਦੇ ਹੋ ਵੀ ਚੂਹਾ ਜਦੋਂ ਲਾਇਬ੍ਰੇਰੀ ਵਿੱਚੋਂ ਬਾਹਰ ਨਿਕਲੇਗਾ ਤੇ ਵਿਦਵਾਨ ਬਣ ਕੇ ਨਿਕਲੇਗਾ? ਵੀ ਉਹਨੇ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਣਗੀਆਂ। ਕਹਿਣ ਲੱਗੇ ਸਗੋਂ ਕੰਮ ਉਲਟਾ ਹੋਵੇਗਾ। ਇਹ ਲਾਇਬ੍ਰੇਰੀ ਵਿੱਚ ਜੇ ਕੋਈ ਆ ਕੇ ਪੜ੍ਹ ਵੀ ਲੈਂਦੇ ਸਨ, ਉਹਨਾਂ ਦਾ ਵੀ ਕੰਮ ਸਮਾਪਤ ਕਰ ਆਏਗਾ। ਸਾਰੀਆਂ ਕਿਤਾਬਾਂ ਟੁੱਕ ਕੇ ਕਾਗਜ਼ਾਂ ਦੇ ਢੇਰ ਲਾ ਦੇਗਾ। ਉਹਨੂੰ ਕੀ ਸਾਰ ਇਸ ਗਿਆਨ ਦੀ? ਉਹਨੂੰ ਕੀ ਸਮਝ ਇਹਨਾਂ ਪੁਸਤਕਾਂ ਦੀ? ਜਿਆ ਲਾਇਬ੍ਰੇਰੀ ਵਿੱਚ ਗਿਆ ਸਗੋਂ ਨੁਕਸਾਨ ਕਰਕੇ ਆ ਗਿਆ। ਪਾਤਸ਼ਾਹ ਕਹਿਣ ਲੱਗੇ ਰੱਬ ਤੋਂ ਟੁੱਟੇ ਦੀ ਹਾਲਤ ਐਸੀ ਹੈ। ਸੰਸਾਰ ਤੇ ਗਿਆ, ਉਹ ਕਿਹੜਾ ਕੋਈ ਚੰਗਾ ਗੁਣ ਸਿੱਖ ਕੇ ਵਾਪਸ ਮੁੜਿਆ ਹੈ? ਰੱਬ ਤੋਂ ਟੁੱਟ ਕੇ ਤੇ ਐਸੇ ਕਰਮ ਕਰਕੇ ਚਲਾ ਗਿਆ ਵੀ ਆਉਣ ਵਾਲੇ ਵੀ ਕਹਿੰਦੇ ਨੇ ਵੀ ਇਹਦੇ ਨਾਲ ਦਾ ਇਹਦਾ ਸੁਭਾਅ ਬੜਾ ਕਰੜਾ ਸੀ, ਠੀਕ ਨਹੀਂ, ਉਹਦੇ ਤੋਂ ਕੋਈ ਪ੍ਰੇਰਨਾ ਨਹੀਂ ਲੈ ਸਕਦੇ। ਉਹ ਕਹਿੰਦੇ ਨੇ ਸਾਕਤ ਕੀ ਅਵਰਦਾ, ਧਿਆਨ ਨਾਲ ਸ਼ਰਵਣ ਕਰਿਓ। ਸਾਕਤ ਕੀ ਅਵਰਦਾ ਸਗਲ ਬਿਰਥਾਰੀ। ਸਾਕਤ ਦੀ ਉਮਰ ਸਾਰੀ ਵਿਅਰਥ ਹੈ। ਜਿਉਂ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ। ਮੂਸਾ ਕਹਿੰਦੇ ਚੂਹੇ, ਜਿਵੇਂ ਕਾਗਜ਼ਾਂ ਦੇ ਭਾਰ ਚੂਹੇ ਨੇ ਟੁੱਕ ਕੇ ਗਵਾ ਦਿੱਤੇ। ਜਿਉਂ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ। ਉਸ ਨੂੰ ਚੰਗੇ ਗਿਆਨ ਦਾ ਕੋਈ ਸਾਰ ਹੀ ਹੈ ਨਾ। ਪਾਤਸ਼ਾਹ ਕਹਿਣ ਲੱਗੇ ਤੂੰ ਨਾਮ ਨਹੀਂ ਜਪਿਆ, ਤੈਨੂੰ ਇਸ ਆਉਣ ਦੀ, ਇਸ ਜਨਮ ਦੀ ਕੀ ਸਾਰ ਦਾ ਪਤਾ ਕਾਹਦੇ? ਉਹ ਕਹਿੰਦੇ ਨਹੀਂ, ਨਾਮ ਜਪਿਆ ਕਰ, ਬੰਦਗੀ ਕਰਿਆ ਕਰ। ਸਾਰੇ ਜੁੜੇ। ਬਾਬਾ ਜੀ ਦੀ ਪਵਿੱਤਰ ਯਾਦ ਵਿੱਚ ਜੁੜੇ ਇੱਕ ਨਾਮ ਜਪਣ ਵਾਲੀ ਮਹਾਨ ਸ਼ਖਸੀਅਤ ਦੀ ਯਾਦ ਵਿੱਚ ਨਾਮ ਅਭਿਆਸ ਦੇ ਪੁੰਜ ਕਈਆਂ ਦੇ ਅੰਦਰ ਚਲਾ ਦਿੱਤੇ। ਕਈ ਵਾਰੀ ਜ਼ਿਕਰ ਵੀ ਕੀਤਾ। ਇੱਕ ਗੱਲ ਵਾਰ-ਵਾਰ ਬੜਾ ਵੱਡਾ ਪ੍ਰਸ਼ਨ ਹੈ, ਉਹ ਇਹ ਵੀ ਜਪੀਏ ਤੇ ਮਨ ਨਹੀਂ ਜੁੜਦਾ। ਮਨ ਨਹੀਂ ਲੱਗਦਾ ਤੇ ਸੁਭਾਵਿਕ ਹੀ ਆ ਪਿਛਲੇ ਦਿਨ ਹੀ ਕਈਆਂ ਦਿਨਾਂ ਤੋਂ ਸਹਿਜ ਪਾਠ ਚੱਲਦਾ ਹੈ। ਉਹਦੇ ਵਿੱਚ ਪਾਠ ਕਰਦੇ ਆ ਗੁਰੂ ਸਾਹਿਬ ਜੀ ਦੀ ਇੱਕ ਵਚਨ ਆਇਆ। ਪੁੱਛਿਆ ਜੀ ਨਾਮ ਜਪੀਏ ਮਨ ਨਹੀਂ ਠਹਿਰਦਾ, ਮਨ ਬੜਾ ਡੋਲਦਾ। ਡੋਲਦਾ ਉਹਦੇ ਵੈਸੇ ਪਹਿਲਾਂ ਹੀ ਹੈ, ਨਾਮ ਜਪਦਿਆਂ ਪਤਾ ਲੱਗ ਜਾਂਦਾ। ਤੇ ਫਿਰ ਮੇਰਾ ਨਾਮ ਜਪਿਆ ਪ੍ਰਵਾਨ। ਗੁਰੂ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਸ਼ਰਵਣ ਕਰਿਓ। ਉਹ ਕਹਿੰਦੇ ਨੇ ਸੁਨਿਆਰਾ ਦੇ ਕੋਲ ਸੋਨਾ ਲੈ ਕੇ ਜਾਈਏ, ਜਿਸ ਸੋਨੇ ਵਿੱਚ ਖੋਟ ਹੋਵੇ ਉਹਦੀ ਇੱਕੋ ਹੀ ਨਿਸ਼ਾਨੀ ਹੈ, ਉਹ ਕੁਠਾਰੀ ਵਿੱਚ ਪਾਉਂਦਾ ਹੈ। ਸੁਨਿਆਰਾ
ਉਹ ਖੋਟੇ ਜਿਸ ਸੋਨੇ ਵਿੱਚ ਕੋਟ ਨੂੰ ਕੋਠਾਰੀ ਵਿੱਚ ਪਾਉਂਦਾ ਹੈ, ਉਹਨੂੰ ਫਿਰ ਸੇਕ ਦਿੰਦਾ ਹੈ। ਜਿੰਨੀ ਉਹਦੇ ਵਿੱਚ ਮੈਲ ਹੈ ਉਨੀ ਤੇਜ਼ ਉਹ ਕੋਠਾਲੀ ਵਿੱਚ ਦੌੜਦਾ ਹੈ ਸੋਨਾ, ਟਿਕਦਾ ਨਹੀਂ। ਇਹ ਸੁਨਿਆਰਾ ਉਸੇ ਟਾਈਮ ਕਹਿ ਦਿੰਦਾ ਓਏ ਇਹਦੀ ਤੇ ਖੋਟ ਹੀ ਬਹੁਤ ਹੈ। ਇਹਦੇ 'ਚ ਬੜਾ ਖੋਟ ਹੈ। ਪੁੱਛਿਆ ਕੀ ਪਛਾਣ ਹੈ? ਕਹਿਣ ਲੱਗੇ ਇਹ ਤਾਂ ਟਿਕਦੇ ਹੀ ਨਹੀਂ, ਕਿਉਂਕਿ ਉਹਦਾ ਦੌੜਨਾ ਦੱਸਦਾ ਹੈ ਵੀ ਖੋਟ ਹੈ। ਪਰ ਜਿਉਂ-ਜਿਉਂ ਸੇਕ ਲੱਗਦਾ ਹੈ ਉਹਦੇ 'ਚ ਖੋਟ ਖਤਮ ਹੁੰਦਾ ਹੈ, ਤੇ ਜਦੋਂ ਖੋਟ ਖਤਮ ਹੋਇਆ ਉਹਦੀ ਅਗਲੀ ਪਛਾਣ ਇਹ ਹੈ ਉਹ ਕੋਠਾਰੀ ਵਿੱਚ ਠਹਿਰ ਜਾਂਦਾ, ਟਿਕ ਜਾਂਦਾ। ਜਦੋਂ ਟਿਕ ਗਿਆ ਸੁਨਿਆਰਾ ਕਹਿੰਦਾ ਹੁਣ ਬਿਲਕੁਲ ਟਿਕ ਗਿਆ, ਈਸ਼ੋ ਤੋਂ ਬਾਦਸ਼ਾਹ ਕਹਿੰਦੇ ਨਾਮ ਜਪਦਿਆਂ ਜਦੋਂ ਮਨ ਭੱਜੇ ਦੌੜੇ ਸਮਝੀਏ ਇੰਨਾ ਹੀ ਮੈਲ ਹੈ, ਇੰਨਾ ਹੀ ਮੈਲ ਹੈ। ਇਹ ਪ੍ਰਣਾਲੇ ਭਰ ਭਰ ਕੇ ਮੈਲ ਬਾਹਰ ਪਈ ਜਾ ਰਹੀ ਹੈ। ਇਸ ਕੋਠਾਲੀ ਵਿੱਚ ਨਾਮ ਦੀ ਕੋਠਾਲੀ ਵਿੱਚ ਪਿਆ ਪਿਆ ਇਹਨੂੰ ਪਾਈ ਰੱਖੀ, ਬਾਹਰ ਨਾ ਕੱਢੀ। ਇਹ ਤੈਨੂੰ ਬੜੇ ਤਰਲੇ ਕਰੇਗਾ ਬਾਹਰ ਕੱਢ ਦੇ। ਇਹਨੂੰ ਨਾਮ ਦੀ ਕੋਠਾਲੀ ਵਿੱਚ ਪਾਈ ਰੱਖੀ, ਇੱਕ ਦਿਨ ਸ਼ੁੱਧ ਹੋ ਜਾਏਗਾ, ਆਪੇ ਟਿਕ ਜਾਏਗਾ। ਆ ਹਜ਼ੂਰ ਦਾ ਬਚਨ ਸੁਣਿਓ, ਬੜਾ ਕਮਾਲ ਦਾ ਬਚਨ। ਕਹਿੰਦੇ ਨੇ ਜਿਉਂ ਕਨਕੋ ਕੋਠਾਰੀ ਚੜਿਓ, ਜਿਉਂ ਕਨਕੋ ਕਨਕ ਕਹਿੰਦੇ ਨੇ ਸੋਨੇ, ਜਿਉਂ ਕਨਕੋ ਕੋਠਾਰੂ ਚੜਿਓ ਕਬਰੋ ਹੋਤ ਫਿਰੋ। ਕਬਰੋ ਦਾ ਮਤਲਬ ਕਮਲਾ ਹੋਇਆ ਫਿਰਦਾ, ਵੱਜਦਾ, ਕਿਉਂਕਿ ਮੈਲਾ ਨਾ ਵਿੱਚ। ਜਿਹੜੇ ਸੋਨੇ 'ਚ ਕੋਟ ਆ ਉਹਦੀ ਗੱਲ ਕਰ ਰਹੇ। ਜਿਉਂ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸੁੱਧ ਭਏ ਹੈ ਮਾਰਾ ਤਬ ਤੇ ਥਾਨ ਥਿਰੋ। ਕਹਿਣ ਕੇ ਜਦੋਂ 12 ਬੰਨੀ ਸ਼ੁੱਧ ਹੋ ਗਿਆ, ਬਿਲਕੁਲ ਸ਼ੁੱਧ ਹੋ ਗਿਆ, ਤੇ ਸੋਨੇ ਦੀਆਂ ਬੰਨੀਆਂ ਨੇ 12 ਬੰਨੀ ਕੰਬਲ ਸ਼ੁੱਧ। ਜਦੋਂ 12 ਬੰਨੀ ਸ਼ੁੱਧ ਹੋ ਗਿਆ, ਬਿਲਕੁਲ ਸ਼ੁੱਧ ਹੋ ਗਿਆ, ਕਹਿਣ ਕੇ ਫਿਰ ਟਿਕ ਜਾਏਗਾ, ਤਬ ਤੇ ਥਾਨ ਥਿਰੋ, ਫਿਰ ਕੋਠਾਲੀ ਵਿੱਚ ਟਿਕ ਜਾਏਗਾ। ਸੁਨਿਆਰਾ ਆਖੇਗਾ ਲੈ ਮਿੱਤਰਾ ਬਿਲਕੁਲ ਸ਼ੁੱਧ। ਇਸੇ ਤਰ੍ਹਾਂ ਜਦੋਂ ਨਾਮ ਜਪਦੇ 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 ਜਿੱਦਨ ਸ਼ੁੱਧ ਹੋ ਗਿਆ ਮਨ ਟਿਕ ਜਾਏਗਾ, ਤੇ ਜਿੱਦਨ ਮਨ ਟਿਕਿਆ ਉਦਨ ਹੀ ਆ ਬਚਨ ਸੱਤ ਹੋ ਗਿਆ ਗੁਰੂ ਕਲਗੀਧਰ ਪਾਤਸ਼ਾਹ ਦਾ। ਟਿਕੇ ਮਨ ਨਾਲ ਰੰਚਕ ਮਾਤਰ ਵੀ ਉਹਨੂੰ ਯਾਦ ਕੀਤਾ ਤੇ ਅਗਲੀ ਘੰਟੀ ਖੜਕ ਪੈਣੀ ਹੈ ਵੀ ਕੋਈ ਥੱਲਿਓ ਕੋਈ ਜੁੜ ਕੇ ਮੈਨੂੰ ਕੁਝ ਕਹਿ ਰਿਹਾ ਹੈ। ਉਹਨੂੰ ਫਿਰ ਗੁਰੂ ਸਾਹਿਬ ਨੇ ਕਿਹਾ ਏਕ ਚਿੱਤ ਜੇ ਏਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ। ਉਹ ਛਿਨ ਤਾਂ ਆਏਗਾ ਜੇ ਪਹਿਲਾਂ ਘੰਟਿਆਂ ਬੱਧੀ ਸਿਮਰਨ ਵਿੱਚ ਜੁੜ ਕੇ ਇਸ ਮਨ ਦੀ ਮੈਲ ਨੂੰ ਉਤਾਰ ਲਿਆ। ਇਹਨੇ ਉਹ ਸਭ ਪ੍ਰਾਪਤੀ ਕਰਨੀ। ਸਾਡੇ ਘਰ 'ਚ ਵਿਆਹ ਹੈ, 15 20 ਦਿਨ ਸ਼ੁਰੂ ਹੋ ਜਾਂਦਾ। ਅੱਜ ਦਾਜ ਬਣਾਓ, ਬਰੀ ਬਣਾਓ, ਪੋਚਾ ਆਏਗਾ, ਕੁੜਮਾਈ ਲੱਗੇਗੀ। 15-20 ਦਿਨ ਪਹਿਲਾਂ ਕਾਰਡ ਵੰਡੇ ਜਾਣਗੇ, ਬਰਫੀਆਂ, ਹਲਵਾਈ ਬਹਿਣਗੇ। ਤਿਆਰੀ ਕਰਦੀ ਹੈ 15 ਦਿਨ, ਮਹੀਨਾ ਲੱਗਾ। ਜੇ ਮਾਇਆ ਜ਼ਿਆਦੀ ਲਾਣੀ ਹੈ ਤੇ ਫਿਰ ਕਈ ਮਹੀਨੇ ਪਹਿਲਾਂ ਸ਼ੁਰੂ ਹੋਏਗਾ ਕੰਮ। ਵਿਆਹ ਕਰਨਾ, ਸਾਡੇ ਘਰ ਵਿਆਹ ਹੈ, ਮਹੀਨਾ ਡੇਢ ਪਹਿਲਾਂ ਤਿਆਰੀ ਹੋ ਗਈ। ਪਰ ਵਿਆਹ ਦੀ ਮਰਿਆਦਾ, ਵਿਆਹ ਦੀ ਰਸਮ ਤਾਂ ਕੇਵਲ 1.5-2 ਘੰਟੇ ਨਹੀਂ, 1.5 ਘੰਟੇ ਲਾਵਾਂ ਹੋ ਗਈਆਂ, ਵਿਆਹ ਹੋ ਗਿਆ ਖਤਮ, ਸਮਾਪਤ। ਪਰ ਉਹ 1.5-2 ਘੰਟੇ ਵਾਸਤੇ 15-20 ਦਿਨ, ਮਹੀਨਾ ਤਿਆਰੀ ਕਰਨੀ ਪਈ ਮੈਨੂੰ। ਬਰਾਤ ਆਏਗੀ, ਕੀ ਖਵਾਵਾਂਗੇ, ਸਾਰਾ ਕੁਝ ਮੇਲ ਹੋਏਗਾ, ਲੈਣ ਦੇਣ ਕਰਨਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਛਿਨ ਦੀ ਗੱਲ ਕਰਨਾ, ਜਿਸ ਵੇਲੇ ਤੂੰ ਛੁੱਟਣਾ ਹੈ ਉਸ ਇੱਕ ਛਿਨ ਵਾਸਤੇ ਤੈਨੂੰ ਕਈ ਦਿਨ ਪਹਿਲਾਂ ਸਿਮਰਨ ਅਭਿਆਸ ਕਰਦਿਆਂ ਤਿਆਰੀ ਕਰਨੀ ਪਏਗੀ। ਫਿਰ ਇੱਕ ਛਿਨ ਆ ਜਾਏਗਾ, ਆਏਗਾ ਜਦੋਂ। ਬਾਬਾ ਜੀ ਨੇ ਬਾਰ-ਬਾਰ ਇਹ ਬਚਨ ਕਹਿਣੇ ਵੀ ਅੱਜ ਲੱਗਦਾ ਹੈ ਸਾਨੂੰ ਵਧਾ ਰੁਦਾ
ਕਈ ਵਾਰੀ ਕੋਈ ਗੱਲਾਂ ਮਹਾਂਪੁਰਸ਼ਾਂ ਦੇ ਸਾਰਿਆਂ ਦੇ ਬਚਨ ਆਪਣੇ, ਮੈਂ ਖੁਦ ਤੁਹਾਨੂੰ ਆਪਣੀ ਇੱਕ ਬੇਨਤੀ ਕਰ ਲੈਣਾ, ਕਿਉਂਕਿ ਸਿੱਖਿਆ ਦਾਇਕ ਗੱਲ ਸਾਡੇ ਵਾਸਤੇ। ਦਾਦੀ ਥੋੜੀ ਸਿਹਤ ਢਿੱਲੀ ਸੀ, ਕਈ ਸਾਲ ਪਹਿਲਾਂ ਉਹਨਾਂ ਵੇਲੇ ਤੇ ਆਪਰੇਸ਼ਨ ਹੋਇਆ। ਇਹ ਕੋਈ ਹਉਮੈ ਵਾਲੀ ਗੱਲ ਨਹੀਂ। ਇੱਕ ਸਿੰਘ ਕੋਲ ਲਗਾ ਦਿੱਤਾ ਵੀ 7-8 ਦਿਨ ਹਿੱਲਣਾ ਨਹੀਂ। ਉਦੋਂ ਕੀ ਕਰਨਾ ਵੀ ਜਾਪ ਸਾਹਿਬ ਨਹੀਂ ਪੜ੍ਹਨਾ, ਦੂਜੀਆਂ ਬਾਣੀਆਂ ਦਾ ਅਭਿਆਸ ਕਰ ਲੈਣਾ। ਚਲੋ ਜਿਹੜਾ ਨਿਤਨ ਤੇ ਮਹਾਂਪੁਰਸ਼ ਦੇਖੋ ਜਾਨੀ ਜਾਨ ਮੇਰੇ ਕੋਲ ਪਤਾ ਲੈਣ ਆਏ ਤੇ ਮੈਨੂੰ ਬੜੇ ਪਿਆਰ ਨਾਲ ਕਹਿੰਦੇ ਨੇ। ਮੈਂ ਸੋਚਿਆ ਵੀ ਚਲੋ ਜਦੋਂ ਤੰਦਰੁਸਤ ਹੋ ਜਾਵਾਂਗੇ 7-8 ਦਿਨਾਂ ਬਾਅਦ ਜਾਪ ਸਾਹਿਬ ਇਕੱਠੇ ਪੜ੍ਹ ਲਾਂਗੇ। 7-8 ਜਾਪ ਸਾਹਿਬ ਹੋਣਗੇ, ਇੱਕ ਜਾਪ ਸਾਹਿਬ ਰੋਜ਼ ਕਰਨਾ ਹੈ, 7 ਦਿਨਾਂ ਦੇ 7। ਕੋਈ ਗੱਲ ਨਹੀਂ ਛੇੜੀ ਤੇ ਮੈਨੂੰ ਕਹਿਣ ਲੱਗੇ ਵੀ ਬੰਦਾ 7 ਦਿਨਾਂ ਦੀ ਰੋਟੀ ਇੱਕ ਦਿਨ ਖਾ ਸਕਦਾ? 7 ਦਿਨਾਂ ਦਾ ਪ੍ਰਸ਼ਾਦਾ ਇੱਕ ਵੇਲੇ ਛਕ ਸਕਦਾ? ਮੈਂ ਸੋਚਦਾ ਸਾਂ ਉਹਨਾਂ ਆਪਣੀ ਰਸਨਾ ਤੋਂ ਸਾਰੀ ਗੱਲ ਦੱਸ ਦਿੱਤੀ। ਗੱਲ ਇਹ ਨਹੀਂ, ਇਕੱਠਿਆ ਵੀ ਕਰੋ ਪਰ ਰੁਟੀਨ। ਉਹਨਾਂ ਨੇ ਵਚਨ ਕਹਿਣਾ ਜਿਹੜਾ ਨਿਤਨੇਮ ਬਣਾ ਲਈਏ ਉਹ ਟੁੱਟਣ ਨਹੀਂ ਦੇਈਦਾ। ਵਧਾਈ ਦਾ ਤੇ ਹੈ, ਘਟਾਈ ਦਾ ਨਹੀਂ। ਬੰਦਾ ਰਾਹਤ ਮਹਿਸੂਸ ਕਰਦਾ, ਜੇ ਬਾਣੀ ਥੋੜੀ ਜਿਹੀ ਘੱਟ ਪੜ੍ਹ ਲਾ ਸਰ ਨਹੀਂ ਜਾਏਗਾ। ਡਾਕਟਰ ਦਾ ਕੀ, ਡਾਕਟਰ ਤੋਂ ਪੁੱਛ ਲਓ, ਉਹ ਕਹਿੰਦਾ ਵੀ ਦਮਾ ਕੋਈ ਹੋਰ ਮੁਸ਼ਕਲ ਹੈ, ਤਲੀ ਚੀਜ਼ ਨਹੀਂ ਖਾਣੀ, ਪਰੌਂਠੇ ਨਹੀਂ ਖਾਣੇ, ਪਕੌੜੇ ਨਹੀਂ ਖਾਣੇ। ਤੇ ਜੇ ਮਰੀਜ਼ ਦਾ ਜੀ ਕਰੇ, ਮਰੀਜ਼ ਕਹੇ ਡਾਕਟਰ ਸਾਹਿਬ ਜੇ ਪਰੌਂਠਾ ਹਲਕਾ ਜਿਹਾ ਲੈ ਲਾ, ਡਾਕਟਰ ਕਹਿੰਦਾ ਮੈਂ ਤਾਂ ਹੋਰ ਮਰੀਜ਼ ਵੇਖਣੇ। ਚਲੋ ਉਹ ਕਹਿੰਦਾ ਤੁਸੀਂ ਲੈ ਲਿਓ। ਡਾਕਟਰ ਸਾਹਿਬ ਤੋਂ ਬਾਹਰ ਦੇ ਪਕੌੜੇ ਨਹੀਂ, ਜੇ ਘਰ ਦੇ ਬਣਾ ਕੇ ਖਾ ਲਈਏ, ਕਹਿੰਦੇ ਖਾ ਲਿਓ। ਫਿਰ ਉਹ ਕੀ ਕਹੇ, ਕਿਉਂਕਿ ਰਹਿਤ ਤੇ ਆਪਾਂ ਚਾਹੁੰਦੇ ਹਾਂ। ਉਹਨੇ ਜਿਹੜਾ ਦੱਸਣਾ ਪਹਿਲੀ ਵਾਰੀ ਦੱਸ ਦਿੱਤਾ, ਤੇ ਬਾਅਦ ਤੋਂ ਭਾਵੇਂ ਸਾਰੀ ਰਹਿਤ ਕੋਲ ਲੈ ਲਓ। ਉਹ ਡਾਕਟਰ ਫਿਰ ਵਿਚਾਰੇ ਉਹ ਕਹਿੰਦੇ ਨੇ ਵੀ ਚਲੋ ਕੋਈ ਨਹੀਂ, ਇਹ ਆਇਆ ਜੀ ਇਹਦਾ ਵੀ ਕਰਦਾ। ਉਹ ਕਹਿੰਦਾ ਹਾਂ ਪਕੌੜੇ ਵੀ ਖਾ ਲਿਓ, ਪਰੌਂਠੇ ਵੀ ਖਾ ਲਿਓ। ਤੇ ਸਾਨੂੰ ਵਿਖਾਉਂਦੇ ਰਿਹਾ ਜੀ, ਕਿਉਂਕਿ ਪਤਾ ਗੱਲ ਬਣਨੀ ਨਹੀਂ, ਬਈ ਇਹ ਤਾਂ ਹੈ ਨਹੀਂ। ਗੁਰੂ ਕਹਿੰਦੇ ਨੇ ਤੂੰ ਨਾਮ ਜਪ, ਬੰਦਗੀ ਕਰ। ਸਾਧੂ ਇਹ ਗੱਲ ਸਮਝਾਉਂਦੇ ਨੇ, ਵੱਧ ਤੋਂ ਵੱਧ ਅਭਿਆਸ ਜਿੰਨਾ ਸੰਜਮ ਵਿੱਚ ਰਹਿ ਕੇ ਕਰੇ ਤੂੰ ਦੇਖੀ ਰੰਗ ਲੱਗੇਗਾ, ਰੰਗ ਲੱਗੇਗਾ ਤੈਨੂੰ। ਇਹ ਗੁਰੂ ਕੀ ਬਾਣੀ ਦੇ ਵਚਨ ਨੇ। ਇਸ ਕਰਕੇ ਪਿਆਰਿਓ ਕੋਈ ਅੱਤ ਕਥ ਨਹੀਂ। ਮਹਾਂਪੁਰਖਾਂ ਦੇ ਇੱਕ ਇੱਕ ਵਚਨ ਬੜੀ ਵੱਡੀ ਸੇਧ ਦਿੰਦਾ। ਨਾਮ ਨਾਲ ਜੋੜ, ਬਾਬਾ ਜੀ ਨੇ ਕਈ ਵਾਰੀ ਵਚਨ ਕਰਨੇ ਵੀ ਬੰਦਾ ਚਾਹੁੰਦਾ ਬਣਿਆ ਬਣਾਇਆ ਮਿਲ ਜਾਏ, ਆਪ ਨਾ ਕੁਝ ਕਰਨਾ ਪਏ, ਪਰ ਉਹਨਾਂ ਨੇ ਕਹਿਣਾ ਆਪ ਕਰਨਾ। ਆਪ ਕਰਨਾ। ਇੱਕ ਹੋਰ ਬੇਨਤੀ, ਰੇਡੀਓ ਵਿੱਚ ਬਾਣੀ ਸੁਣਨੀ, ਟੀਵੀ ਵਿੱਚ ਬਾਣੀ ਸੁਣਨੀ ਬਹੁਤ ਚੰਗੀ ਗੱਲ, ਸੁਣਨੀ ਚਾਹੀਦੀ। ਪਰ ਇਉਂ ਵੀ ਨਹੀਂ ਹੋਣਾ ਚਾਹੀਦਾ ਵੀ ਟੀਵੀ ਲੱਗਾ ਹੈ ਤੇ ਆਪ ਸਾਹਮਣੇ ਸੁੱਤਾ ਹੋਵੇ। ਬਾਣੀ ਤਾਂ ਉੱਥੋਂ ਸੁਣ ਕੇ ਪ੍ਰੇਰਨਾ ਲੈਣੀ, ਦਰਸ਼ਨ ਕਰਕੇ ਪ੍ਰੇਰਨਾ ਲੈਣੀ, ਤੇ ਫਿਰ ਇਸ ਸਰੀਰ ਵਿੱਚ ਹੰਡਾਣਾ ਨਾਮ, ਹੱਡਾਂ ਨਾਲ ਹੰਡਾਣਾ ਨਾਮ। ਹੱਡਾਂ ਨਾਲ ਹੰਡਾਣਾ। ਤੇਰਾ ਅੰਦਰਲਾ ਬੋਲ ਉੱਠੇ ਤੂੰ ਕਿੰਨਾ ਅਭਿਆਸ ਕੀਤਾ। ਸਾਰੇ ਕਿਰਪਾ ਕਰੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਵਾਹਿਗੁਰੂ ਜੀ ਵਾਹਿਗੁਰੂ 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 ਵਾਹਿਗੁਰੂ ਜੀ
ਧਨ ਹੈ ਗੁਰੂ ਤੇਗ ਬਹਾਦਰ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਧਨ ਹੈ ਤੇਰੇ ਸੰਤ ਪਿਆਰੇ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰੇ ਸੰਤ ਪਿਆਰੇ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰੇ ਸੰਤ ਪਿਆਰੇ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਕਦੇ ਨਾ ਡੋਲ 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 ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ 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 ਸ੍ਰੀ ਅਕਾਲ ਸ੍ਰੀ ਅਕਾਲ ਸਾਧ ਸੰਗਤ ਜੀ ਕੋਟਾਨਪੁਰ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਪ ਜੀ ਵਰਗੇ ਰੱਬ ਸੂ ਸਾਧ ਸੰਗਤਾਂ ਦਾ ਦੀਵਾਨ ਸਜ ਰਹੇ ਨੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਪਰਸੋਂ 23 ਤਰੀਕ ਨੂੰ ਸਹਿਜ ਪਾਠ ਦੇ ਭੋਗ ਸਵੇਰੇ 10 ਵਜੇ ਪੈਣਗੇ
ਉਸ ਤੋਂ ਬਾਅਦ ਭਾਈ ਗੁਰਕੀਰਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉਹ 11 ਤੋਂ 12 ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਫਿਰ 12 ਤੋਂ 1 ਇਸੇ ਤਰ੍ਹਾਂ ਸਿਮਰਨ ਹੋਵੇਗਾ। ਇਸਤਰੀ ਸੰਮੇਲਨ ਹੈ, ਉਸ ਦਿਨ ਵੱਧ ਚੜ ਕੇ ਹਾਜ਼ਰੀ ਭਰਨੀ। ਰਾਤ ਦੇ ਦੀਵਾਨ ਵੀ ਸੱਜਣਗੇ। ਔਰ 24 ਤਰੀਕ ਨੂੰ ਸਾਧ ਸੰਗਤ ਜੀਓ ਮਹਾਂਪੁਰਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਵੱਡਾ ਉਪਾਧੀ ਨਾਲ ਸਨਮਾਨਿਤ ਕੀਤਾ ਜਾਏਗਾ। 10 ਵਜੇ PTC ਚੈਨਲ ਤੇ ਲਾਈਵ ਵੀ ਹੋਵੇਗਾ ਸਮਾਗਮ। ਔਰ ਇਸੇ ਤਰ੍ਹਾਂ 25 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਸਮੂਹ ਸੰਗਤ ਵੱਲੋਂ। ਔਰ ਸਾਰਾ ਦਿਨ ਫਿਰ ਗੁਰਮਤਿ ਸੰਗੀਤ ਪ੍ਰਤੀਯੋਗਤਾ, ਸਮਾਧਨਾਥ ਸੰਗੀਤ ਪ੍ਰਤੀਯੋਗਤਾ, ਵਿਦਿਆਰਥੀ ਜਿਹੜੇ ਰਾਗ ਗਾਉਂਦੇ ਨੇ ਉਹਨਾਂ ਦੇ ਮੁਕਾਬਲੇ ਹੋਣਗੇ। ਸਾਰਾ ਦਿਨ ਚੱਲਦੇ ਰਹਿਣਗੇ। ਰਾਤ 8 ਤੋਂ 9 ਭਾਈ ਗੁਰਕਬਾਲ ਸਿੰਘ ਕੀਰਤਨ ਕਰਨਗੇ। 26 ਤਰੀਕ ਨੂੰ ਢਾਡੀ ਦਰਬਾਰ ਕਵੀਸ਼ਰ ਦਰਬਾਰ ਹੋਵੇਗਾ। ਰਾਤ ਦੇ ਦੀਵਾਨ ਸੱਜਣਗੇ ਭਾਈ ਦਵਿੰਦਰ ਸਿੰਘ ਜੀ ਸੋਢੀ ਉਹਨਾਂ ਦੇ ਸਮੂਹ ਜਥਿਆਂ ਵੱਲੋਂ। 27 ਤਰੀਕ ਨੂੰ ਭੋਗ ਪਵੇਗਾ 10 ਵਜੇ ਉਪਰੰਤ। ਸਾਰਾ ਦਿਨ ਸੰਤ ਮਹਾਂਪੁਰਖ ਗੁਣੀ ਗਿਆਨੀ ਰਾਗੀ ਢਾਡੀ ਆਪ ਜੀ ਨੂੰ ਗੁਰੂ ਜੀ ਸੁਣਾ ਕੇ ਨਿਹਾਲ ਕਰਨਗੇ। ਰਾਤ ਨੂੰ ਰਾਗ ਦਰਬਾਰ ਹੋਏਗਾ 27 ਤਰੀਕ ਨੂੰ। ਔਰ 27 ਤਰੀਕ ਨੂੰ 11 ਵਜੇ ਤੋਂ ਲੈ ਕੇ ਫਿਰ ਸਾਰਾ ਰਾਤ ਜਿਹੜਾ ਹੈ ਉਹ ਰਹਿਣ ਸਬਾਈ ਹੋਵੇਗੀ। ਔਰ ਢਾਡੀ ਸਿੰਘ ਕੀਰਤਨ ਕਰਨਗੇ ਆਸਾ ਦੀ ਵਾਰ ਦਾ। ਸਵੇਰੇ ਸ਼ਬਦ ਦੀ ਵਿਚਾਰ ਕਰਕੇ ਸਮਾਪਤੀ ਹੋਵੇਗੀ। ਆਪ ਜੀ ਨੇ ਇਹਨਾਂ ਦੀਵਾਨਾਂ ਵਿੱਚ ਵੱਧ ਚੜ ਕੇ ਹਾਜ਼ਰੀ ਭਰਨੀ। ਪਿਆਰ ਸਹਿਤ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ